सतनाम श्री वाहेगुरु जी। फेर आखिए सतनाम श्री वाहेगुरु जी। इम कह दियो ग्रंथ ले चाला। इस तरह सतगुरु जी ने ग्रंथ साहिब दे दिता, लेके चलिया। संगत जिसके संग विसाला। बहुत सारिया संगतां हन। निकस गुरुपुर हृदय विचारा। सो गुरु की नगरी अमृतसर तो जदों बाहर निकलिया, ओदे मन अंदर विचार आई। किम ए लिखियो जाए अब सारा। सोचता है भी ये स्वरूप एदा उतारा सारा ही किवें लिखिया जावे। एक निशा गुर आयस भनी भनी। सतगुरु जी का हुक्म है भी अपने घर अपने स्थान ते एक रात ही रख सकता है। लिखियो जाए किम है अनबनी। एक रात विच तां लिखिया नहीं जा सकता, ये गल तां हो नहीं सकती। तब विचार उर मह होए आवा। फिर मन अंदर एदे विचार आ गई। डेरा कर है कोस एक ठावा। सोचा भी रस्ते विच जाण दा तां समा सतगुरु जी ने नहीं बनिया, ना आउण दा बनिया। इस वास्ते एक खो पैंडा तय करके ते मैं डेरा कर लवां। तब है लिखारी दिए लिख लगाए। एक खो पैंडा तय करके पड़ा कर लिया ते लिखारी सदके ला दिते। लिखो सिताबी अर समुदाय। सारियां नूं कहा भी छेती छेती सारे इकट्ठे रल के लिखो। अपन पूरी लग एक निसकोस। सो अपनी नगरी तक मांगट तक। सो इस तरह एक एक कोह ते ये रात बिताउंदा होया। डेरा गर्त लखियो आदोस। सो जांदियां जांदियां अद्धा ग्रंथ साहिब लिखिया गया। एक निस बस कर निज घर माहू। एक रात अपने घर निवास करके होयो कोस एक डेरा राहू। सो उस तो बाद फिर एक कोह ते इसने आके वापसी भी डेरा कीता। किसी प्रकार सुधासर आए। इसे तरह ही कोह ते डेरा करदा होया अमृतसर वापस आया। आवत जाते सर्व लिखाए। ਜਾਂਦਿਆਂ ਤੇ ਆਉਂਦਿਆਂ ਸਾਰਾ ਇਸ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ। ਉਦੋਂ ਗੁਰੂ ਦੀ ਪਦਵੀ ਨਹੀਂ, ਸਤਿਗੁਰੂ ਜੀ ਨੇ ਪੋਥੀ ਸਾਹਿਬ ਕਿਹਾ ਤੇ ਪ੍ਰਕਾਸ਼ ਹੋਣ ਤੋਂ ਬਾਅਦ ਫਿਰ ਗ੍ਰੰਥ ਸਾਹਿਬ ਨਾਮ ਹੋਇਆ। केतक शब्द लिखे अधिकाए। ਪਰ ਭਾਈ ਬੰਨੋ ਨੇ ਵਿੱਚ ਕਈ ਸ਼ਬਦ ਵਾਧੂ ਲਿਖ ਦਿੱਤੇ। आए पुन श्री गुर अगवाए। ਜਦੋਂ ਵਾਪਸ ਬੀੜ ਲੈ ਕੇ ਸਤਿਗੁਰੂ ਜੀ ਦੇ ਕੋਲ ਆਏ। जुगल ग्रंथ साहिब धर दीने। ਸੋ ਦੋ ਗ੍ਰੰਥ ਸਾਹਿਬ ਗੁਰੂ ਜੀ ਦੇ ਅੱਗੇ ਰੱਖ ਦਿੱਤੇ। अधिक जो हुते सुनावन कीने। ਸੋ ਜਿਹੜੀ ਬਾਣੀ ਆਪਦੇ ਵੱਲੋਂ ਇਹਨੇ ਵਾਧੂ ਚੜਾਈ ਸੀ ਉਹ ਸਤਿਗੁਰੂ ਜੀ ਨੂੰ ਸੁਣਾ ਦਿੱਤੀ। सिख अर सुन श्री मुख फरमायो। ਇਹ ਸਾਰਾ ਕੁਝ ਵੇਖ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੋਲੇ। लिख कर अधिक जिते तुम पायो। ਸਤਿਗੁਰੂ ਜੀ ਨੇ ਕਿਹਾ ਵੀ ਇਹ ਜਿੰਨੀ ਤੋਂ ਵੱਧ ਬਾਣੀ ਆਪਦੀ ਕਵਿਤਾ ਲਿਖ ਕੇ ਪਾਈ ਹੈ। किसी बीड़ में रखो लिखावो। ਇਹ ਜਿਹੜੀ ਤੇਰੀ ਬੀੜ ਹੈ ਜੋ ਤੂੰ ਲਿਖਵਾਈ ਉਸੇ ਵਿੱਚ ਇਹ ਰਹੇਗੀ। नह इस ग्रंथ बिखै सो पावो। ਇਸ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਨਹੀਂ ਲਿਖੀ ਜਾਏਗੀ। या ते भई बीड़ द्वै ग्रंथ। ਇਸ ਤਰ੍ਹਾਂ ਫਿਰ ਦੋ ਗ੍ਰੰਥ ਸਾਹਿਬ ਦੀਆਂ ਬੀੜਾਂ ਤਿਆਰ ਹੋ ਗਈਆਂ। लिखते पढ़त श्री सतगुर पंथ। ਸੋ ਗੁਰੂ का पंथ लिखता है पढ़ता है। सुनत पढ़त जिन हृदय बसाई। ਸੋ ਸੁਣਦਿਆਂ ਪੜ੍ਹਦਿਆਂ ਜਿਸਨੇ ਹਿਰਦੇ ਵਿੱਚ ਵਸਾ ਲਈ ਬਾਣੀ। तिन पर कब पुन पुन बल जाई। ਕਵੀ ਜੀ ਉਹਨਾਂ ਤੋਂ ਬਾਰ ਬਾਰ ਬਲਿਹਾਰ ਜਾਂਦੇ ਹਨ। ਇਹ ਭਾਈ ਬੰਨੋ ਵਾਲੀ ਭੀੜ ਹੁਣ ਕਾਨਪੁਰ ਹੈ। ਭਾਈ ਬੰਨੋ ਦਾ ਗੁਰਦੁਆਰਾ ਹੈ ਕਾਨਪੁਰ।
ਉੱਥੇ ਇਹ ਭੀੜ ਮੌਜੂਦ ਹੈ। ਦਾਸ ਨੇ ਦਰਸ਼ਨ ਕੀਤੇ ਹਨ ਤੇ ਉਸ ਭੀੜ ਵਿੱਚ ਵੀ ਰਾਗਮਾਲਾ ਹੈ। ਭਾਈ ਬੰਨੋ ਵਾਲੀ ਭੀੜ ਦੇ ਵਿੱਚ ਵੀ ਰਾਗਮਾਲਾ ਹੈ। ਦਾਸ ਨੇ ਦਰਸ਼ਨ ਕੀਤੇ। ਤੇ ਜਿਹੜੀ ਕਰਤਾਰਪੁਰ ਵਾਲੀ ਭੀੜ ਹੈ ਜੋ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਾਈ, ਉਹਦੇ ਵਿੱਚ ਵੀ ਰਾਗਮਾਲਾ ਹੈ। ਇਹ ਦਰਸ਼ਨ ਕੀਤੇ ਹੋਏ ਸੋਰਠ ਵਿਚਾਰ ਇਹ ਬਾਅਦ ਵਿੱਚ ਸ਼ੰਕੇ ਖੜੇ ਕੀਤੇ ਗਏ ਕਿ ਕਿਸੇ ਤਰ੍ਹਾਂ ਪੰਥ ਵਿੱਚ ਦੁਬਿਧਾ ਪੈ ਜਾਏ। ਅੰਗਰੇਜ਼ਾਂ ਦੀ ਇਹ ਚਾਲ ਰਹੀ ਕਿ ਸਿੱਖਾਂ ਨੂੰ ਜੋ ਤਾਕਤ ਮਿਲਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣ ਕਰਕੇ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਇਹਨਾਂ ਦਾ ਵਿਸ਼ਵਾਸ ਹੈ, ਅੰਮ੍ਰਿਤ ਛਕਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ। ਇਸ ਕਰਕੇ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ। ਕਈ ਐਸੇ ਜੰਗਾਂ ਦੇ ਸਮੇਂ ਆਏ ਜਿੱਥੇ ਅੰਗਰੇਜ਼ਾਂ ਦੀ ਫੌਜ ਜਿਹੜੀ ਸੀ ਉਹ ਫੇਲ ਹੋ ਗਈ। ਉਹ ਘਬਰਾ ਗਈ ਵੀ ਅਸੀਂ ਇੱਥੇ ਜਾਵਾਂਗੇ ਤੇ ਮਰ ਜਾਵਾਂਗੇ। ਪਰ ਉੱਥੇ ਸਿੱਖ ਪਲਟਨ ਨੇ ਜਾ ਕੇ ਬੜੀ ਆਰਾਮ ਦੇ ਨਾਲ ਜਿੱਤ ਪ੍ਰਾਪਤ ਕਰ ਲਈ। ਅੰਗਰੇਜ਼ ਵੇਖਦੇ ਹਨ ਵੀ ਇਹ ਖਾਲਸਾ ਪਲਟਨ, ਸਿੱਖ ਪਲਟਨ ਕਿਸੇ ਵੀ ਵੱਡੀ ਤੋਂ ਵੱਡੀ ਮੁਹਿੰਮ ਤੇ ਚੜ੍ਹਨ ਵਾਸਤੇ, ਮੋਰਚਾ ਫਤਿਹ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ, ਅਰਦਾਸਾਂ ਕਰਕੇ ਫਿਰ ਜਕਾਰਾ ਛੱਡਦੇ ਹਨ। ਇਹ ਜਕਾਰਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਲੈ ਕੇ, ਤੇ ਹੁਕਮ ਤੋਂ ਹੀ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਖਾਲਸੇ ਦੀ ਜਿੱਤ ਹੋਵੇਗੀ ਜਾਂ ਮੁਸ਼ਕਲ ਆਏਗੀ। ਜੇ ਇਹਨਾਂ ਨੂੰ ਪਤਾ ਲੱਗ ਜਾਏ ਹੁਕਮ ਤੋਂ ਵੀ ਜਿੱਤ ਹੋਏਗੀ, ਫਿਰ ਇਹ ਜਕਾਰੇ ਛੱਡਦੇ ਤੇ ਜਿੱਤ ਦਾ ਐਲਾਨ ਕਰ ਦਿੰਦੇ ਵੀ ਅਸੀਂ ਤਾਂ ਜਿੱਤ ਗਏ ਹਾਂ। ਬਿਨਾਂ ਜੰਗ ਜਿੱਤਿਆਂ, ਬਿਨਾਂ ਲੜਾਈ ਕੀਤਿਆਂ ਇਹ ਜਿੱਤ ਦਾ ਐਲਾਨ ਕਰ ਦਿੰਦੇ ਹਨ ਤੇ ਲੜਾਈ ਕਰਕੇ ਉਹ ਜੰਗ ਜਿੱਤਦੇ ਵੀ ਹਨ। ਜਿਹੜੀ ਜਿੱਤ ਦਾ ਇਹਨਾਂ ਐਲਾਨ ਕੀਤਾ, ਕਦੀ ਉਹ ਜੰਗ ਹਾਰੇ ਨਹੀਂ। ਇਹ ਸਾਰੀਆਂ ਗੱਲਾਂ ਅੰਗਰੇਜ਼ਾਂ ਦੇ ਧਿਆਨ ਦੇ ਵਿੱਚ ਸਨ ਵੀ ਇੰਨੀ ਆਸਥਾ ਹੈ ਇਹਨਾਂ ਦੀ। ਤੇ ਜੇ ਕਿਤੇ ਇਹਨਾਂ ਨੇ ਸਾਡੇ ਵੱਲ ਮੂੰਹ ਕਰ ਲਿਆ ਵੀ ਅੰਗਰੇਜ਼ਾਂ ਨੂੰ ਭਜਾਉਣਾ ਹੈ ਇੱਥੋਂ, ਤੇ ਅਰਦਾਸਾ ਕਰ ਲਿਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਹੁਕਮਨਾਮਾ ਆ ਗਿਆ ਚੜ੍ਹਦੀ ਕਲਾ ਦਾ, ਫਿਰ ਤਾਂ ਸਾਨੂੰ ਵੀ ਭਜਾ ਦੇਣਗੇ। ਇਹਨਾਂ ਨੂੰ ਖਤਰਾ ਪੈਦਾ ਹੋ ਗਿਆ। ਇਹਨਾਂ ਨੇ ਫਿਰ ਕੁਟਲ ਨੀਤੀ ਅਨੁਸਾਰ ਜੋ ਸਿੱਖਾਂ ਦੇ ਵਿਦਵਾਨ ਸਨ ਉਹਨਾਂ ਨੂੰ ਪੈਸੇ ਦੇ ਨਾਲ ਖਰੀਦਣਾ ਸ਼ੁਰੂ ਕਰ ਦਿੱਤਾ। ਦਾਸ ਨੇ ਪਹਿਲੇ ਵੀ ਬਹੁਤ ਵਾਰ ਬੇਨਤੀ ਕੀਤੀ। ਉਸ ਸਮੇਂ ਦੇ ਸਾਡੇ ਉੱਚ ਕੋਟੀ ਦੇ ਵਿਦਵਾਨ ਸਨ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ 10 ਗੁਰੂਆਂ ਦਾ ਜੀਵਨ ਕਵਿਤਾ ਦੇ ਵਿੱਚ ਲਿਖਿਆ। ਬਹੁਤ ਵੱਡੀ ਉਹਨਾਂ ਦੀ ਦੇਣ ਹੈ ਕੌਮ ਵਾਸਤੇ। ਇਹਨਾਂ ਦੇ ਵਿਦਿਆ ਦਾਤੇ ਸਨ, ਜਿਨ੍ਹਾਂ ਤੋਂ ਇਹ ਪੜ੍ਹੇ ਸਨ। ਗਿਆਨੀ ਸੰਤ ਸਿੰਘ ਜੀ ਉਹ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਨ, ਮੁੱਖ ਗ੍ਰੰਥੀ ਸਨ। ਨਿਰਮਲੇ ਸੰਤਾਂ ਦੇ ਵਿੱਚੋਂ ਗਿਆਨੀ ਗਿਆਨ ਸਿੰਘ ਜੀ ਉੱਚ ਕੋਟੀ ਦੇ ਵਿਦਵਾਨ ਸਨ ਅਤੇ ਪੰਡਤ ਤਾਰਾ ਸਿੰਘ ਨਰੋਤਮ ਉਹ ਵੀ ਉੱਚ ਕੋਟੀ ਦੇ ਵਿਦਵਾਨ ਸਨ। ਇੱਕ ਵਿਦਵਾਨ ਸਨਾਤਨ ਧਰਮ ਦਾ ਜਿਹਦਾ ਨਾਮ ਸਾਲਗ ਰਾਮ ਲਿਖਿਆ ਹੈ। ਇਹ ਗੁਫੀਆ ਜਿਹੜੀ ਚਿੱਠੀ ਉਸ ਸਮੇਂ ਦੇ ਕਮਿਸ਼ਨਰ ਅੰਮ੍ਰਿਤਸਰ ਨੂੰ ਜੋ ਲਿਖੀ ਗਈ, ਉਹਦੇ ਵਿੱਚ ਇਹ ਜ਼ਿਕਰ ਆਇਆ। ਉਹ ਚਿੱਠੀ ਦਾਸ ਦੇ ਕੋਲ ਅੰਗਰੇਜ਼ੀ ਵੀ ਤੇ ਉਹਦਾ ਲੱਥਾ ਪੰਜਾਬੀ ਵੀ ਮੌਜੂਦ ਹੈ। ਉਹ ਲਿਖਦੇ ਹਨ ਵੀ ਇਹ ਜਿਹੜੇ ਸਿੱਖਾਂ ਦੇ ਵਿਦਵਾਨ ਹਨ, ਇਹ ਸਮੇਂ-ਸਮੇਂ ਸਾਨੂੰ ਪੂਰੀ ਜਾਣਕਾਰੀ ਦਿੰਦੇ ਰਹਿੰਦੇ ਹਨ
ਇਹਨਾਂ ਨੂੰ ਸਾਨੂੰ ਜੋ ਜਾਣਕਾਰੀ ਚਾਹੀਦੀ ਅਸੀਂ ਉਹ ਲੈਂਦੇ ਰਹਿੰਦੇ ਹਾਂ। ਹੁਣ ਜਾਣਕਾਰੀ ਲੈਣੀ ਜਾਂ ਦੇਣੀ ਐਵੇਂ ਤਾਂ ਹੋ ਨਹੀਂ ਸਕਦੀ, ਕੋਈ ਨਾ ਕੋਈ ਸੌਦੇਬਾਜ਼ੀ ਤਾਂ ਚੱਲਦੀ ਹੀ ਹੈ। ਸੁਰਗ ਵਿਚਾਰ ਇਸੇ ਗੱਲ ਨੂੰ ਅੱਗੇ ਵਧਾਉਂਦਿਆਂ ਇਹਨਾਂ ਨੇ ਫਿਰ ਸ਼ੰਕਾ ਬਾਣੀ ਤੇ ਪਾਉਣਾ ਸ਼ੁਰੂ ਕੀਤਾ। ਸ਼ੁਰੂਆਤ ਹੋਈ ਰਾਗਮਾਲਾ ਤੋਂ। ਇੱਕ ਸੋਭਾ ਸਿੰਘ ਸਾਧ ਸੀ, ਠਾਕਰਾਂ ਦੇ ਡੇਰੇ ਅੰਮ੍ਰਿਤਸਰ, ਬੜਾ ਵਿਦਵਾਨ ਸੀ। ਉਸ ਨੂੰ ਇਹਨਾਂ ਅੰਗਰੇਜ਼ਾਂ ਨੇ ਖਰੀਦਿਆ ਜਾਂ ਪ੍ਰੇਰਿਆ ਕਿਸੇ ਤਰ੍ਹਾਂ ਨਾਲ। ਉਸ ਨੇ ਰਾਗਮਾਲਾ ਦੇ ਵਿਰੁੱਧ ਪ੍ਰਚਾਰ ਕੀਤਾ। ਰਾਗਮਾਲਾ ਦੀ ਬਾਣੀ ਨੇ ਇਹ ਪ੍ਰਚਾਰ ਸ਼ੁਰੂ ਕੀਤਾ। ਇਸ ਗੱਲ ਦਾ ਫਿਰ ਸੰਗਤ ਨੇ ਅਰਦਾਸਾ ਕੀਤਾ ਵੀ ਇਹ ਬਾਣੀ ਤੇ ਸ਼ੰਕਾ ਪੈਦਾ ਕਰ ਰਿਹਾ ਹੈ ਸੰਗਤਾਂ ਦੇ ਮਨ ਅੰਦਰ। ਰਾਗਮਾਲਾ ਗੁਰਬਾਣੀ ਹੈ, ਸੰਗਤਾਂ ਨੂੰ ਸ਼ੱਕ ਨਹੀਂ, ਪਰ ਇਹ ਕਹਿੰਦਾ ਹੈ ਗੁਰਬਾਣੀ ਨਹੀਂ, ਇਸ ਕਰਕੇ ਦੀ ਜ਼ੁਬਾਨ ਸੜ ਜਾਣੀ ਚਾਹੀਦੀ ਹੈ। ਇਹ ਲਿਖਤ ਹੈ, ਇਸੇ ਗ੍ਰੰਥ ਵਿੱਚ ਵੀ ਲਿਖਤ ਹੈ, ਭਾਈ ਵੀਰ ਸਿੰਘ ਨੇ ਲਿਖਿਆ, ਹੋਰ ਵੀ ਲਿਖਤਾ ਹਨ। ਉਹਦੀ ਜ਼ਬਾਨ ਵਿੱਚ ਕੀੜੇ ਪੈ ਗਏ, ਸੋਭਾ ਸਿੰਘ ਸਾਧ ਦੀ ਜ਼ਬਾਨ 'ਚ। ਬੜੀ ਬੁਰੀ ਹਾਲ ਦੇ ਨਾਲ ਉਹ ਮਰਿਆ। ਉਸ ਤੋਂ ਬਾਅਦ ਫਿਰ ਬਾਬੂ ਤੇਜਾ ਸਿੰਘ ਭਸੌੜ ਵਾਲੇ ਨੇ ਤੇ ਉਹਦੀ ਘਰ ਵਾਲੀ ਬੀਬੀ ਨਿਰੰਜਨ ਕੌਰ ਨੇ ਅੰਗਰੇਜ਼ਾਂ ਨੇ ਇਹਨਾਂ ਨੂੰ ਪ੍ਰੈਸ ਲਾ ਕੇ ਦਿੱਤੀ ਵੀ ਤੁਸੀਂ ਆਪਦੀ ਪ੍ਰੈਸ ਦੇ ਉੱਤੇ ਸਾਰਾ ਕੰਮ ਕਰੋ। ਇਹ ਜੰਗਲਾਤ ਮਹਿਕਮੇ ਦਾ ਅਫਸਰ ਸੀ, ਤੇਜਾ ਸਿੰਘ ਭਸੌੜ ਦਾ ਰਹਿਣ ਵਾਲਾ। ਇਹਦੇ ਪਾਸੋਂ ਜੋ ਜੰਗਲਾਤ ਮਹਿਕਮੇ ਦਾ ਕੋਈ ਚਪੜਾਸੀ ਸੀ, ਉਹ ਪਤਾ ਨਹੀਂ ਕਿਸ ਤਰ੍ਹਾਂ ਇਸਨੇ ਉਹਨੂੰ ਕੋਈ ਚੀਜ਼ ਗੁੱਸੇ ਵਿੱਚ ਮਾਰੀ ਤੇ ਉਹ ਮਰ ਗਿਆ, ਉਹਦਾ ਕਤਲ ਹੋ ਗਿਆ। ਦੇਖੋ ਹੁਣ ਅੰਗਰੇਜ਼ ਮੌਕਾ ਲੱਭਦੇ ਸਨ, ਉਹਨਾਂ ਨੂੰ ਪਤਾ ਸੀ ਵੀ ਇਹ ਸਿੱਖਾਂ ਵਿੱਚ ਬੜਾ ਪੜ੍ਹਿਆ ਲਿਖਿਆ ਹੈ, ਗੁਰਬਾਣੀ ਦਾ ਵੀ ਗਿਆਨ ਰੱਖਣ ਵਾਲਾ ਹੈ, ਬੜੀ ਸਮਝ ਵਾਲਾ। ਅੰਗਰੇਜ਼ ਨੇ ਕਿਹਾ ਵੀ ਇਹਦੀ ਸਜ਼ਾ ਤੈਨੂੰ ਫਾਂਸੀ ਹੋ ਸਕਦੀ ਹੈ, ਤੇ ਜੇ ਤੂੰ ਫਾਂਸੀ ਤੋਂ ਬਚਣਾ ਚਾਹੁੰਦਾ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰਕ ਪਾਉਣ ਵਾਲੀ ਕੋਈ ਗੱਲ ਕਰ, ਅਸੀਂ ਤੈਨੂੰ ਪੈਸਾ ਵੀ ਦਿਆਂਗੇ, ਤੈਨੂੰ ਪ੍ਰੈਸ ਵੀ ਲਾ ਕੇ ਦਿਆਂਗੇ, ਸਾਰਾ ਕੁਝ ਕਰਾਂਗੇ। ਇਹਨੇ ਉਹ ਗੱਲ ਮੰਨ ਲਈ। ਆਪਦੀ ਪ੍ਰੈਸ ਵਿੱਚ ਇਸਨੇ ਗੁਰੂ ਗ੍ਰੰਥ ਸਾਹਿਬ ਦੇ ਕੋਰਸ ਦੇ ਬਹਾਨੇ ਵੀ 2 ਹਿੱਸੇ ਜਾਂ 4 ਹਿੱਸੇ ਗੁਰੂ ਗ੍ਰੰਥ ਸਾਹਿਬ ਦੇ ਛਾਪੇ। ਅਖੀਰੀ ਵਿੱਚ ਇਸਨੇ ਰਾਗਮਾਲਾ ਨਹੀਂ ਛਾਪੀ ਵਿੱਚ ਉਹਦੇ। ਇਸ ਗੱਲ ਦਾ ਬੜਾ ਰੌਲਾ ਪਿਆ। ਅਕਾਲ ਤਖਤ ਤੇ ਬਹੁਤ ਸੰਤਾਂ ਦੀਆਂ ਚਿੱਠੀਆਂ ਗਈਆਂ। ਉਹ ਹੁਕਮਨਾਮਾ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਇਹ ਹੁਕਮਨਾਮਾ ਹੋਇਆ ਸੀ 9 ਅਗਸਤ 1928 ਦੇ ਵਿੱਚ ਇਹ ਹੁਕਮਨਾਮਾ ਜਾਰੀ ਹੋਇਆ, ਜਿਹਦੇ ਵਿੱਚ ਲਿਖਿਆ ਹੈ ਕਿ ਪੰਜ ਖਾਲਸਾ ਦੀਵਾਨ ਪੰਜਖੰਡ ਭਸੌੜ ਨੇ ਗੁਰਮੁਖੀ ਕੋਰਸਨਾਮੇ ਪੁਸਤਕਾਂ ਛਾਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਦਲਾ ਬਦਲੀ ਤੇ ਵਾਧਾ ਘਾਟਾ ਕਰਕੇ ਗੁਰਬਾਣੀ ਦੇ ਤੇ ਉਸ ਦੇ ਕ੍ਰਮ ਨੂੰ ਭੰਗ ਕੀਤਾ ਹੈ ਅਤੇ ਗੁਰਮੰਤਰ, ਕਿਉਂਕਿ ਗੁਰਮੰਤਰ ਵੀ ਵਾਹਿਗੁਰੂ ਦੀ ਥਾਂ ਵਾਹਿਗੁਰੂ ਜਾਂ ਹੋਰ ਕੁਛ ਬੋਲਦੇ ਸਨ, ਵੀ ਗੁਰਮੰਤਰ ਵਿੱਚ ਵੀ ਫਰਕ ਪਾਇਆ, ਅਰਦਾਸੇ ਵਿੱਚ ਵੀ ਫਰਕ ਪਾਇਆ, ਅੰਮ੍ਰਿਤ ਦੀ ਮਰਿਆਦਾ ਵਿੱਚ ਵੀ ਇਹਨਾਂ ਨੇ ਅਦਲਾ ਬਦਲੀ ਕੀਤੀ। ਆਪਦੀ ਵੱਖਰੀ ਹੀ ਇਹਨਾਂ ਨੇ ਮਰਿਆਦਾ ਚਲਾਈ, ਅੰਮ੍ਰਿਤ ਦੀ ਵੀ। ਇਹ 3 ਗੱਲਾਂ ਦਾ ਦੋਸ਼ ਸੀ। ਇੱਕ ਤਾਂ ਗੁਰਬਾਣੀ ਵਿੱਚ ਅਦਲਾ ਬਦਲੀ, ਰਾਗਮਾਲਾ ਨਾ ਲਿਖਣੀ,
ਦੂਜਾ ਸੀ ਗੁਰਮੰਤਰ ਵਿੱਚ ਵੀ ਤਬਦੀਲੀ, ਵਾਹਿਗੁਰੂ ਦੀ ਥਾਂ ਵਾਹਿਗੁਰੂ ਕਹਿਣਾ। ਤੀਸਰਾ ਅੰਮ੍ਰਿਤ ਦੀ ਮਰਿਆਦਾ ਦੇ ਵਿੱਚ ਇਹਨਾਂ ਨੇ ਅਦਲਾ ਬਦਲੀ ਕੀਤੀ। ਅੰਮ੍ਰਿਤ ਦੀ ਮਰਿਆਦਾ ਅਦਲਾ ਬਦਲੀ ਕਰਨ ਦੀਆਂ ਗੁਰਮਤਿ ਵਿਰੁੱਧ ਕਾਰਵਾਈਆਂ ਕੀਤੀਆਂ ਹਨ। ਇਸ ਲਈ ਬਾਬੂ ਤੇਜਾ ਸਿੰਘ, ਬੀਬੀ ਨਿਰੰਜਨ ਕੌਰ ਨੂੰ ਪੰਥ ਵਿੱਚੋਂ ਖਾਰਜ ਕੀਤਾ ਜਾਂਦਾ ਹੈ ਅਤੇ ਪੰਚ ਖਾਲਸਾ ਦੀਵਾਨ ਦੇ ਬਾਕੀ ਮੈਂਬਰਾਂ ਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰੇ ਸਾਹਿਬਾਨ ਵਿੱਚ ਅਰਦਾਸਾਂ ਬੰਦ ਕੀਤਾ ਜਾਂਦਾ ਹੈ। ਕੋਈ ਸਿੱਖ ਪੰਚ ਖਾਲਸਾ ਦੀਵਾਨ ਵੱਲੋਂ ਛਾਪੇ ਗੁਰਮੁਖੀ ਕੋਰਸਾਂ ਨੂੰ ਨਾ ਖਰੀਦੇ, ਨਾ ਆਪਣੇ ਪਾਸ ਰੱਖੇ। ਇਹ ਪੁਸਤਕਾਂ ਪੰਜ ਖਾਲਸਾ ਦੀਵਾਨ ਜਾਂ ਹੋਰ ਜਿਸ ਕਿਸੇ ਪਾਸ ਹੋਣ, ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਘੱਲ ਦੇਣ। ਇਹ ਉਦੋਂ ਹੁਕਮਨਾਮਾ ਜਾਰੀ ਹੋਇਆ ਸੀ 9 ਅਗਸਤ 1928 ਨੂੰ। ਉਹ ਭਾਈ ਸੰਤੋਖ ਸਿੰਘ ਜੀ ਨੇ ਜੋ ਜ਼ਿਕਰ ਕੀਤਾ, ਭਾਈ ਵੀਰ ਸਿੰਘ ਜੀ ਨੇ ਸੁਧਾਈ ਕਰਦਿਆਂ ਹੋਇਆਂ ਉਹ ਸਾਰਾ ਹੁਕਮਨਾਮਾ ਹੀ ਪੂਰਾ ਇੱਥੇ ਛਾਪ ਦਿੱਤਾ ਹੈ। ਇਹ ਵੀ ਸੁਣਨ ਵਿੱਚ ਆਇਆ ਜਿਨ੍ਹਾਂ ਨੇ ਵੇਖਿਆ, ਕਹਿੰਦੇ ਬਾਪੂ ਤੇਜਾ ਸਿੰਘ ਜਦੋਂ ਮਰਿਆ ਬੜੀ ਬੁਰੀ ਹਾਲਤ ਦੇ ਨਾਲ ਮਰਿਆ। ਜਦੋਂ ਇਹਦੀ ਚਿਖਾ ਨੂੰ ਅੱਗ ਲਾਈ ਗਈ, ਅੱਗ ਬੁਝ ਜਾਂਦੀ ਸੀ, ਅੱਗ ਨਹੀਂ ਬਲੀ। ਫਿਰ ਮਿੱਟੀ ਦਾ ਤੇਲ ਪਾ ਕੇ, ਮਿੱਟੀ ਦਾ ਤੇਲ ਵੀ ਪਾ ਕੇ ਅੱਗ ਲਾਉਂਦੇ, ਉਹ ਵੀ ਬੁਝ ਜਾਂਦੀ। ਪੀਪਿਆਂ ਦੀ ਪੇਪੇ ਮਿੱਟੀ ਦਾ ਤੇਲ ਪਾ ਕੇ ਬੜੀ ਮੁਸ਼ਕਲ ਦੇ ਨਾਲ ਉਹਦੀ ਲਾਸ਼ ਨੂੰ ਸਾੜਿਆ ਸੀ। ਹੁਣ ਜਿਹਦਾ ਐਸਾ ਹਾਲ ਹੋਇਆ ਹੋਵੇ ਇੱਥੇ, ਤੇ ਪ੍ਰਲੋਕ ਵਿੱਚ ਨੂੰ ਥਾਂ ਕਿੱਥੇ ਮਿਲੇਗੀ? ਇਹ ਤਾਂ ਸਾਰੀਆਂ ਲਿਖਤਾਂ ਇੱਥੇ ਭਾਈ ਵੀਰ ਸਿੰਘ ਜੀ ਨੇ ਸਾਰਾ ਕੁਝ ਲਿਖਿਆ ਹੋਇਆ ਹੈ। ਹੋਰ ਵੀ ਇਤਿਹਾਸ ਵਿੱਚ ਸਾਰੀਆਂ ਲਿਖਤਾਂ ਮੌਜੂਦ ਮਿਲ ਜਾਂਦੀਆਂ ਹਨ। ਸੁਰੋਹ ਵਿਚਾਰ ਇਸ ਕਰਕੇ ਭੁੱਲ ਕੇ ਵੀ ਕਦੀ ਸੋਚਣਾ ਵੀ ਨਹੀਂ ਚਾਹੀਦਾ ਕਿ ਇੱਕ ਓਂਕਾਰ ਤੋਂ 18 10 20 ਤੱਕ ਕੋਈ ਸ਼ੱਕ ਵਾਲੀ ਗੱਲ ਸੋਚਣੀ ਵੀ ਗੁਨਾਹ ਹੈ। ਜਿਹੜਾ ਸੋਚਦਾ ਵੀ ਹੈ, ਸਤਿਗੁਰੂ ਜੀ ਕਹਿੰਦੇ ਉਹਦਾ ਵੀ ਉਧਾਰ ਨਹੀਂ ਹੁੰਦਾ। ਜਿਹਦੇ ਮਨ ਅੰਦਰ ਪੂਰੇ ਗੁਰੂ ਤੇ ਸੰਸਾ ਹੋ ਜਾਏ, ਉਹ ਕਦੀ ਮੁਕਤ ਨਹੀਂ ਹੋ ਸਕਦਾ। ਦਸ਼ਮੇਸ਼ ਪਿਤਾ ਜੀ ਨੇ ਤਾਂ ਇਹ ਬਚਨ ਲਿਖਿਆ ਹੀ ਹੈ, ਪਰ ਗੀਤਾ ਦੇ ਵਿੱਚ ਵੀ ਇਹ ਬਚਨ ਆਇਆ ਹੈ, ਸੰਸੇ ਆਤਮਾ ਵਿਨਸ਼ਤੀ। ਜਿਹਦੇ ਮਨ 'ਚ ਸੰਸਾ ਹੈ ਆਪਣੇ ਗੁਰੂ ਤੇ, ਉਹ ਜੰਮਦਾ ਮਰਦਾ ਰਹੇ, ਉਹਦਾ ਕਦੀ ਉਧਾਰ ਨਹੀਂ ਹੋਏਗਾ, ਕਦੀ ਭਲਾ ਨਹੀਂ ਹੋਏਗਾ। ਸੋਰੋਹ ਵਿਚਾਰ ਚੱਲੀ ਸੀ ਕਿ ਦਾਸ ਨੇ ਭਾਈ ਬੰਨੋ ਵਾਲੀ ਬੀੜ ਦੇ ਦਰਸ਼ਨ ਕੀਤੇ ਕਾਨਪੁਰ। ਉੱਥੇ ਵੀ ਰਾਗਮਾਲਾ ਦੇ ਭੋਗ ਹੈ, ਚੰਗੀ ਤਰ੍ਹਾਂ ਵੇਖਿਆ। ਗਿਆਨੀ ਜੋਗਿੰਦਰ ਸਿੰਘ ਦੀ ਵਿਦਾਂਤੀ ਵੀ ਨਾਲ ਸਨ, ਹੋਰ ਵੀ ਸਿੰਘ ਨਾਲ ਸਨ। ਉਦੋਂ ਜਦੋਂ ਕਾਨਪੁਰ ਗਏ, ਉਦੋਂ ਵੀ ਉੱਥੇ ਦਰਸ਼ਨ ਕੀਤੇ। ਦਾਸ ਨੇ ਤਾਂ 2-3 ਵਾਰ ਚੰਗੀ ਤਰ੍ਹਾਂ ਕਿ ਕਿਹੜੀ ਬਾਣੀ, ਕਿਹੜੇ ਸ਼ਬਦ ਇਹ ਵਾਧੂ ਹਨ। ਭਾਈ ਬੰਨੋ ਦੀ ਬੀੜ ਦੇ ਉਤਾਰੇ ਹੀ ਜ਼ਿਆਦਾ ਹੋਏ। ਉਹਦਾ ਕਾਰਨ ਇਹ ਸੀ, ਉਹ ਭਾਈ ਬੰਨੋ ਵਾਲੀ ਬੀੜ ਆਮ ਮਿਲ ਜਾਂਦੀ ਸੀ, ਸੁਖੈਰ ਉਤਾਰਾ ਕਰਨ ਵਾਸਤੇ ਸਮਾਂ ਮਿਲ ਜਾਂਦਾ ਸੀ। ਜਿਹੜੀ ਭਾਈ ਗੁਰਦਾਸ ਜੀ ਨੇ ਲਿਖੀ, ਗੁਰੂ ਅਰਜਨ ਦੇਵ ਜੀ ਨੇ ਲਿਖਾਈ, ਉਹ ਰੋਜ਼ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੁੰਦੀ ਸੀ। ਇਸ ਕਰਕੇ ਉਹਦਾ ਉਤਾਰਾ ਨਹੀਂ ਸੀ ਹੋ ਸਕਦਾ। ਤੇ ਜ਼ਿਆਦਾ ਉਤਾਰੇ ਜਿੰਨੇ ਮਿਲਦੇ ਹਨ ਹੱਥ ਲਿਖਤ, ਉਹ ਭਾਈ ਬੰਨੋ ਵਾਲੇ ਹੀ ਮਿਲਦੇ ਹਨ। ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਸਾਹਿਬ ਤਲਵੰਡੀ ਸਾਬੋ ਵਿਖੇ ਇੱਕ ਓਂਕਾਰ ਤੋਂ 18 10 20 ਤੱਕ ਗੁਰੂ ਗ੍ਰੰਥ ਸਾਹਿਬ ਉਚਾਰਨ ਕੀਤਾ, ਉਦੋਂ ਫਿਰ ਭਾਈ ਬਾਬਾ ਦੀਪ ਸਿੰਘ ਜੀ ਨੇ 4 ਉਤਾਰੇ ਕੀਤੇ। ਉਹ ਫਿਰ ਤਖਤਾਂ ਤੇ ਭੇਜਿਆ ਗਿਆ, ਅਕਾਲ ਤਖਤ ਤੇ ਭੇਜਿਆ ਗਿਆ, ਤਖਤ ਪਟਨਾ ਸਾਹਿਬ ਭੇਜਿਆ ਗਿਆ, ਤਖਤ ਸੱਚਖੰਡ ਹਜ਼ੂਰ ਸਾਹਿਬ ਭੇਜਿਆ ਗਿਆ, ਤਖਤ ਕੇਸਗੜ੍ਹ ਭੇਜਿਆ ਗਿਆ।
ਉਹ 4 ਉਤਾਰੇ 4 ਤਖਤਾਂ ਤੇ ਭੇਜੇ ਗਏ। ਉਸ ਤੋਂ ਬਾਅਦ ਫਿਰ ਉਤਾਰੇ ਹੋਣੇ ਸ਼ੁਰੂ ਹੋ ਗਏ। ਦਮਦਮੇ ਬੀੜ ਉਹਦਾ ਨਾਮ ਹੋਇਆ। ਉਹਦੇ ਉਤਾਰੇ ਫਿਰ ਬਾਅਦ ਵਿੱਚ ਹੋਏ, ਪਰ ਜ਼ਿਆਦਾ ਉਤਾਰੇ ਜੋ ਮਿਲਦੇ ਹਨ ਉਹ ਭਾਈ ਬੰਨੋ ਵਾਲੀ ਬੀੜ ਦੇ ਹੀ ਮਿਲਦੇ ਹਨ, ਤੇ ਜਿਸ ਨੂੰ ਖਾਰੀ ਬੀੜ ਕਿਹਾ ਜਾਂਦਾ ਹੈ। ਸਤਿਗੁਰੂ ਜੀ ਨੇ ਕਿਹਾ ਸੀ ਵੀ ਤੂੰ ਆਪਦੀ ਮਰਜ਼ੀ ਦੇ ਨਾਲ ਆਪਦੀ ਕਵਿਤਾ ਵਿੱਚ ਵਾਧੂ ਲਿਖੀ ਹੈ, ਇਸ ਵਾਸਤੇ ਬੀੜ ਖਾਰੀ ਬੀੜ ਹੋਏਗੀ। ਉਹ ਵਿਚਾਰ ਸੋ ਇਸ ਤਰ੍ਹਾਂ ਹੁਣ ਅਗਲੀ ਵਿਚਾਰ ਸਰਵਨ ਕਰੀਏ। ਦੋਹਰਾ ਕਿਤਕ ਕਹਿਤ ਹੈ ਗ੍ਰੰਥ ਕੋ ਚਲਤ ਬੰਧਾਵਨ ਕਾਜ। ਸੋ ਕਈਆਂ ਦਾ ਇਹ ਕਹਿਣਾ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਭਾਈ ਬੰਨੋ ਨੂੰ ਜਿਲਦ ਬਣਾਉਣ ਵਾਸਤੇ ਭੇਜੋ ਲਵਪੁਰ ਨਗਰ ਕੋ ਗੁਰੂ ਗਰੀਬ ਨਿਵਾਜ। ਗੁਰੂ ਗਰੀਬ ਨਿਵਾਜ ਗੁਰੂ ਅਰਜਨ ਦੇਵ ਜੀ ਨੇ ਭਾਈ ਬੰਨੋ ਨੂੰ ਬੀੜ ਦੇ ਕੇ ਜਿਲਦ ਬਣਾਉਣ ਵਾਸਤੇ ਲਾਹੌਰ ਭੇਜਿਆ। ਤਹ ਆਵਤ ਜਾਤੇ ਲਿਖਿਓ ਬੰਨੋ ਗ੍ਰੰਥ ਦੁਤੀ। ਸੋ ਲਾਹੌਰ ਆਉਂਦਿਆਂ ਜਾਂਦਿਆਂ ਇਹ ਦੂਸਰਾ ਗ੍ਰੰਥ ਭਾਈ ਬੰਨੋ ਨੇ ਲਿਖਿਆ। ਮਹਿਮਾ ਸ੍ਰੀ ਸਤਿਗੁਰੂ ਕੇ ਸਭ ਵਿਦ ਉੱਤਮ ਥੀ। ਕਵੀ ਜੀ ਕਹਿੰਦੇ ਵੀ ਹਰ ਤਰ੍ਹਾਂ ਕਰਕੇ ਗੁਰਬਾਣੀ ਦੀ ਮਹਿਮਾ ਤਾਂ ਮਹਾਨ ਹੀ ਹੈ। ਭਾਵੇਂ ਉਹਨੇ ਆਪਦੇ ਪਿੰਡ ਆਉਂਦਿਆਂ ਜਾਂਦਿਆਂ ਲਿਖਿਆ, ਭਾਵੇਂ ਲਾਹੌਰ ਆਉਂਦੇ ਜਾਂਦੇ ਲਿਖਿਆ, ਇਹਦੇ ਵਿੱਚ ਗੁਰੂ ਦੀ ਮਹਿਮਾ ਨਹੀਂ ਘਟਦੀ। ਗੁਰਬਾਣੀ ਦੀ ਮਹਿਮਾ ਤਾਂ ਸਦਾ ਹੀ ਕਾਇਮ ਹੈ। ਸਵਈਆ ਸੰਮਤ 1661 ਹੈ। ਸੋ ਸੰਵਤ 1661 ਵਿਕਰਮੀ। ਭਾਦਵ ਕੇ ਸੁਧ ਏਕਮ ਜਾਨੋ। ਭਾਦਰੋਂ ਸੁਦੀ ਏਕਮ ਜਾਣੋ। ਗ੍ਰੰਥ ਸਮਾਪਤ ਸ੍ਰੀ ਗੁਰ ਕੀਨ। ਸੋ ਸਤਿਗੁਰੂ ਜੀ ਨੇ ਗ੍ਰੰਥ ਸਾਹਿਬ ਸੰਪੂਰਨ ਕੀਤਾ। ਮਹਾ ਉਤਸਾਹ ਗੁਰੂ ਘਰ ਠਾਨੋ। ਗੁਰੂ ਘਰ ਅੰਦਰ ਬੜੀਆਂ ਖੁਸ਼ੀਆਂ ਉਤਸ਼ਾਹ ਮੰਗਲਾਚਾਰ ਹੋਏ। ਸੰਗਤ ਦੇਸ ਵਿਦੇਸਨ ਕੀ। ਦੇਸਾਂ ਵਿਦੇਸਾਂ ਦੀ ਸੰਗਤ ਸੁਣ ਕੇ ਮਨ ਆਨੰਦ ਧੀਰਗ ਮਾਨੋ। ਸੁਣ ਕੇ ਸਾਰਿਆਂ ਦੇ ਮਨ ਵਿੱਚ ਬੜਾ ਆਨੰਦ ਹੁੰਦਾ। ਦੇਖਣ ਆਵਤ ਭਾਉ ਬਧਾਵਤ। ਬੜੀ ਭਾਵਨਾ ਦੇ ਨਾਲ ਦਰਸ਼ਨਾਂ ਵਾਸਤੇ ਆਉਂਦੇ। ਕੋ ਲਿਖ ਬਾਵਨ ਕੋ ਹਿਤਵਾਨੋ। ਕੋ ਲਿਖ ਬਾਵਨ ਕੋ ਹਿਤਵਾਨੋ। ਅਤੇ ਕਈਆਂ ਦੇ ਮਨ 'ਚ ਪਿਆਰ ਹੁੰਦਾ ਵੀ ਅਸੀਂ ਬਾਣੀ ਦੀਆਂ ਕੁਝ ਪੰਕਤੀਆਂ ਕੁਝ ਸ਼ਬਦ ਲਿਖ ਲਈਏ। ਬੰਨੋ ਆਦਿਕ ਹੈ ਸਿੱਖ ਸੰਗਤ। ਭਾਈ ਬੰਨੋ ਆਦਿ ਤੇ ਸਾਰੀ ਸਿੱਖ ਸੰਗਤ। ਸ੍ਰੀ ਗੁਰ ਬੈਠ ਦੀਵਾਨ ਲਗਾਇਓ। ਸਤਿਗੁਰੂ ਜੀ ਬੈਠੇ ਦੀਵਾਨ ਸਜਿਆ। ਸ੍ਰੀ ਹਰਿ ਗੋਬਿੰਦ ਪਾਸ ਬਿਰਾਜਤ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਲ ਬਿਰਾਜਦੇ ਹਨ। ਚੰਦ ਮਨੋ ਪਰਵਾਰ ਸੁਹਾਇਓ। ਸੋ ਇਉਂ ਲੱਗਦਾ ਹੈ ਵੀ ਹਰਗੋਬਿੰਦ ਸਾਹਿਬ ਜੀ ਜਿਵੇਂ ਚੰਦਰਮਾ ਪਰਵਾਰਿਆ ਹੋਵੇ, ਉਹਦੇ ਵਿੱਚੋਂ ਬੜਾ ਪ੍ਰਕਾਸ਼ ਨਿਕਲਦਾ ਹੈ। ਚੰਦਰਮਾ ਦੇ ਵਿੱਚੋਂ ਉਹ ਪ੍ਰਕਾਸ਼ ਨੂੰ ਅਸੀਂ ਕਹਿੰਦੇ ਵੀ ਪਰਵਾਰਿਆ ਹੋਇਆ ਹੈ। ਇਸੇ ਤਰ੍ਹਾਂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੋ ਮੁਖ ਹੈ, ਜੋ ਸੀਸ ਹੈ, ਕਿਤਨਾ ਤੇਜ ਪਿਛਲੇ ਪਾਸੇ ਉਹਦੇ ਪ੍ਰਕਾਸ਼ ਦਿਖਾਈ ਦੇ ਰਿਹਾ ਹੈ। ਸੀਖ ਲਗੇ ਸਭ ਕੋ ਤਬ ਦੇਵਨ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਿਰ ਸਾਰਿਆਂ ਨੂੰ ਸਿੱਖਿਆ ਦੇਣ ਲੱਗੇ। ਸ੍ਰੇ ਭਰਿਓ ਬਚਿਓ ਫਰਮਾਇਓ। ਵੀ ਜਿਵੇਂ ਤੁਹਾਡਾ ਭਲਾ ਹੋਏਗਾ ਉਹ ਬਚਨ ਸਤਿਗੁਰੂ ਜੀ ਨੇ ਫਰਮਾਇਆ। ਗ੍ਰੰਥ ਜਹਾਜ ਸੋ ਭੋਜਲ ਕੋ ਤਰ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਗ੍ਰੰਥ ਸਾਹਿਬ ਭਵ ਸਾਗਰ ਤਰਨ ਵਾਸਤੇ ਜਹਾਜ਼ ਹਨ। ਜਾਤ ਸੁਖੇਨ ਜਿਨੀ ਚਿਤ ਲਾਇਓ। ਸੋ ਜਿਹੜਾ ਵੀ ਚਿੱਤ ਲਾਉਂਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦਾ ਹੈ, ਉਹ ਸੁਖੈ ਨਹੀਂ ਭਵ ਸਾਗਰ ਤੋਂ ਪਾਰ ਹੋ ਜਾਏਗਾ, ਤਰ ਜਾਏਗਾ। ਸਿਰ ਗੁਰ ਕੇਰ ਸਰੀਰ ਜੋ ਸਭ। ਔਰ ਸਾਡੇ ਜਿਹੜੇ ਸਰੀਰ ਹਨ, ਜੋ ਗੁਰੂ ਦਾ ਸਰੀਰ ਹੈ, ਪੰਜ ਭੂਤਕ ਤੁਹਾਨੂੰ ਦਿਖਾਈ ਦੇ ਰਿਹਾ, ਇਹ ਸਾਡੇ ਪਹਿਲਾਂ ਵੀ 4 ਸਰੀਰ ਹੋਏ, ਸਾਥੋਂ ਬਾਅਦ ਵੀ ਹੋਣੇ ਹਨ। ਇਹ ਜਿਹੜੇ ਸਤਿਗੁਰੂ ਦੇ ਸਰੀਰ ਹਨ,
ਖਾਨ ਸਬੈ ਨਾ ਦਰਸੈ ਇੱਕ ਸਮੇਂ ਇਹ ਬਹੁਤੀਆਂ ਥਾਵਾਂ ਤੇ ਦਰਸ਼ਨ ਨਹੀਂ ਦੇ ਸਕਦੇ। ਗ੍ਰੰਥ ਹਿਰਦਾ ਗੁਰ ਕੋ ਇਹ ਜਾਣੋ ਇਹ ਗ੍ਰੰਥ ਸਾਹਿਬ ਗੁਰੂ ਦਾ ਹਿਰਦਾ ਜਾਣੋ। ਉਤਮ ਹੈ ਸਭ ਕਾਲ ਰਹਿ ਹੈ। ਇਹ ਉੱਤਮ ਹੈ ਤੇ ਇਹਨਾਂ ਨੇ ਹਰ ਸਮੇਂ ਰਹਿਣਾ ਹੈ, ਹਰ ਥਾਂ ਤੇ ਸਹਾਇਤਾ ਕਰਨੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਮੇਰੇ ਸਰੂਪ ਤੇ ਜਾਂ ਤੇ ਹੈ ਦੀਰਗ। ਇਸ ਕਰਕੇ ਜੋ ਸਾਡਾ ਪੰਜ ਭੂਤਕ ਸਰੀਰ ਤੁਸੀਂ ਵੇਖ ਰਹੇ ਹੋ, ਇਸ ਸਰੀਰ ਦੇ ਨਾਲੋਂ ਗ੍ਰੰਥ ਸਾਹਿਬ ਦੀ ਜੋ ਬੀੜ ਦੀ ਮਹਾਨਤਾ ਉਹ ਜ਼ਿਆਦਾ ਹੈ, ਵੱਡੀ ਹੈ। ਸਾਹਿਬ ਜਾਨ ਅਦਾਇਬ ਕਹਿ ਹੈ। ਇਸ ਕਰਕੇ ਇਹਨਾਂ ਨੂੰ ਸਾਹਿਬ ਮਾਲਕ ਜਾਣ ਕੇ ਅਦਬ ਕਰੋ। ਪੂਜੋ ਚੰਦਨ ਕੇਸਰ ਕੋ ਘਸ। ਸੋ ਚੰਦਨ ਤੇ ਕੇਸਰ ਘਸਾ ਕੇ, ਕਿਉਂਕਿ ਉਦੋਂ ਖੁਸ਼ਬੂ ਵਾਸਤੇ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਸਨ, ਜਾਂ ਅਤਰ ਵਰਤਿਆ ਜਾਂਦਾ ਸੀ, ਜਾਂ ਫਿਰ ਕੇਸਰ ਚੰਦਨ ਕਪੂਰ ਆਦਿ ਘਸਾ ਕੇ ਤੇ ਕਮਰੇ ਵਿੱਚ ਛਿੜਕਾਅ ਕੀਤਾ ਜਾਂਦਾ ਸੀ। ਜਿਸ ਵੀ ਕਮਰੇ ਵਿੱਚ ਸੁਗੰਧੀ ਪੈਦਾ ਕਰਨੀ ਹੋਵੇ, ਉੱਥੇ ਫਿਰ ਇਹਨਾਂ ਚੀਜ਼ਾਂ ਦਾ ਘਸਾ ਕੇ ਛਿੜਕਾਅ ਕਰਦੇ ਸਨ। ਤੇ ਜ਼ਿਆਦਾਤਰ ਉਦੋਂ ਕੱਚੇ ਹੀ ਕੋਠੇ ਮਕਾਨ ਹੋਇਆ ਕਰਦੇ ਸਨ ਖੁਸ਼ਬੂ ਦੇ ਵਾਸਤੇ, ਵੀ ਜਿੱਥੇ ਇਹਨਾਂ ਦਾ ਨਿਵਾਸ ਹੋਵੇ ਉੱਥੇ ਖੁਸ਼ਬੂ ਪੂਰੀ ਹੋਵੇ। ਕੇਸਰ ਚੰਦਨ ਕਪੂਰ ਘਸਾ ਕੇ ਉਹਦਾ ਛਿੜਕਾਅ ਕੀਤਾ ਜਾਵੇ, ਉਹਦੀ ਪੂਜਾ ਹੋਵੇ। ਧੂਪ ਤੁਖਾਏ ਕੈ ਫੂਲ ਚੜ੍ਹੈ ਹੈ। ਅਤੇ ਧੂਪ ਦਿਖਾਓ ਤੇ ਫਿਰ ਫੁੱਲਾਂ ਦੀਆਂ ਮਾਲਾ ਅਰਪਣ ਕਰੋ। ਜੋ ਲਿਖ ਲੇਹ ਭਲੇ ਤਬ ਸੋਧ ਹੈ। ਸੋ ਜਿਹੜਾ ਵੀ ਇਥੋਂ ਬਾਣੀ ਲਿਖੇ ਉਹ ਫਿਰ ਚੰਗੀ ਤਰ੍ਹਾਂ ਬਾਰ-ਬਾਰ ਮਿਲਾ ਲਵੇ, ਸੁੱਧ ਕਰ ਲਵੇ, ਸੋਧ ਲਵੇ। ਅਖਰ ਸੋ ਲਗ ਕੀ ਸੋਧੈ ਅਖਰ ਸੋ ਲਗ ਕੀ ਚੁਕਸਾਈ। ਕਿਉਂਕਿ ਪੂਰੀ ਸਾਵਧਾਨੀ ਹੋਵੇ ਅੱਖਰਾਂ ਦੀ ਵੀ, ਲਗਾ ਮਾਤਰਾ ਦੀ ਵੀ। ਕਿਤੇ ਵੀ ਇੱਕ ਅੱਖਰ, ਲਗਾ ਮਾਤਰਾ, ਔਂਕੜ ਦਲੈਂਕੜ, ਘੱਟ ਵੱਧ, ਸਿਹਾਰੀ ਬਿਹਾਰੀ ਨਾ ਰਹਿ ਜਾਵੇ। ਪਾਠ ਸਮਸ ਕਰੈ ਬੁੱਧ ਸੋ ਪਿਖ। ਸੋ ਇਸ ਤਰ੍ਹਾਂ ਬੜੀ ਸਿਆਣਪ ਦੇ ਨਾਲ ਗੁਰਬਾਣੀ ਦਾ ਪਾਠ ਕਰੇ, ਬੜੀ ਹੁਸ਼ਿਆਰੀ ਦੇ ਨਾਲ। ਇਹ ਨਹੀਂ ਵੀ ਕੁਝ ਦਾ ਕੁਝ ਪੜ੍ਹੀ ਜਾਵੇ। ਹੁਣ ਆਪਾਂ ਆਨੰਦ ਸਾਹਿਬ ਪੜ੍ਹਦੇ, ਉਹ 'ਚ ਹੀ ਬੜੀਆਂ ਗਲਤੀਆਂ ਹੋ ਜਾਂਦੀਆਂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਉੱਥੇ ਦਲਾਈਆਂ ਨੂੰ ਲਾਏ ਪੜ੍ਹੀ ਜਾਂਦੇ ਆ। ਜੇ ਰਾਗੀ ਸੇ ਕੀਰਤਨ ਕਰਦੇ, ਉੱਥੇ ਕੁਝ ਹੋਰ ਲਿਖਿਆ, ਕੁਝ ਹੋਰ ਹੁੰਦਾ ਹੈ, ਪੜ੍ਹਦੇ ਕੁਝ ਹੋਰ ਹਾਂ। ਹੁਣ ਜੇ ਵਿਸਰਾਮ ਵੀ ਗਲਤ ਲਾ ਰਿਹਾ ਤੇ ਅਨਰਥ ਹੋ ਜਾਂਦਾ ਹੈ। ਹੁਣ ਭੱਟਾਂ ਦੇ ਸਵਈਏ ਵਿੱਚ ਆਉਂਦਾ ਹੈ, ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਧਰ ਆਇਓ। ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਘਰ ਭਗਤੀ ਦਾ ਅਵਤਾਰ ਹੋਏ। ਹੁਣ ਜੇ ਗੁਰੂ ਅਰਜਨ ਤੇ ਵਿਸਰਾਮ ਲਾ ਦਿੱਤਾ ਤਾਂ ਠੀਕ ਹੋ ਗਿਆ। ਹੁਣ ਜੇ ਇਹਨੇ ਸੰਥਿਆ ਨਹੀਂ ਕੀਤੀ ਪਾਠ ਦੀ, ਉਹ ਤਾਂ ਸਿੱਧੇ ਪੜੇਗਾ ਵੀ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਤੇ ਪੁੱਤਰ ਦੇ ਘਰ ਪਿਓ ਕਿਵੇਂ ਜਾਮ ਗਿਆ? ਅਨਰਥ ਹੋ ਗਿਆ। ਹੁਣ ਆਸਾ ਜੀ ਦੀ ਵਾਰ ਆਉਂਦਾ ਹੈ, ਨਾਨਕ ਮੁਸੈ ਗਿਆਨ ਵੀ ਹੋਣੀ, ਖਾਏ ਗਿਆ ਚਮਕਾਰ। ਹੁਣ ਆਮ ਸਾਰੇ ਵਿਸਰਾਮ ਇਹਦਾ ਲਾਉਂਦੇ ਹਨ, ਨਾਨਕ ਮੁਸੈ ਗਿਆਨ ਵੀ ਹੋਣੀ। ਮੁਸੈ ਦਾ ਅਰਥ ਹੁੰਦਾ ਲੁੱਟਣਾ, ਕਿ ਨਾਨਕ ਗਿਆਨ ਵੀ ਹੋਣੀ ਦੁਨੀਆ ਨੂੰ ਲੁੱਟੀ ਜਾਂਦਾ ਹੈ। ਕਿੰਨਾ ਅਨਰਥ ਹੈ। ਜੇ ਨਾਨਕ ਤੇ ਜੰਪ ਲਾ ਦਈਏ, ਰੁਕ ਜਾਈਏ, ਠਹਿਰ ਜਾਈਏ, ਨਾਨਕ ਮੁਸੈ ਗਿਆਨ ਵੀ ਹੋਣੀ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਗਿਆਨ ਤੋਂ ਵੀ ਹੋਣੀ ਦੁਨੀਆ ਲੁੱਟੀ ਜਾ ਰਹੀ ਹੈ। ਖਾਇਆ ਗਿਆ ਜਪ ਕਾਲ, ਫਿਰ ਤਾਂ ਸਹੀ ਬਣ ਗਿਆ। ਹੁਣ ਇੱਕ ਛੋਟੇ ਜਿਹੇ ਜਪ, ਛੋਟੇ ਜਿਹੇ ਵਿਸਰਾਮ ਤੋਂ ਬਗੈਰ ਕਿਤਨਾ ਅਨਰਥ ਹੋ ਜਾਂਦਾ ਹੈ।
इस करके सतगुरु जी कहते हैं गुरु अर्जन देव जी महाराज भी बड़ी सावधानी दे नाल पाठ करना गुरबाणी का, विश्राम का भी ध्यान होवे, अखरां लगा मात्रा के उच्चारण का भी पता होवे, नहीं तो अनर्थ हो जाएगा। हुण एक ला करके ही दशमेश पिता गुरु गोबिंद सिंह साहब जी महाराज ने एक सिख नूं ताड़ना की सी। हुण सब का उत्थे दलाइयां करते की मित करता जाने कह जाने गुरसूरा। सुध पाठ का यह सी कि करते परमात्मा की नित मर्यादा महिमा वो जानता है, कैद सी जा गुरु जानता है, गुरु सूरमा जानता है। यह तो ठीक है, पर वो सिख पढ़ रहा से के जाने गुरसूरा, कै था के बोल रहा सी, तो जिदा अर्थ सीधा ही हो गया के अर्थ तक की गुरु सूरमा की जानता है। जो गुरु को जानता ही नहीं फिर गुरु उधार किवें करेगा, सिखा का अनर्थ हो गया। इस गल तो फिर ताड़ना भी हुई उसको, वो फिर विधि बनी ते बाद विच दमदमा साहब तखत उत्थे आके गुरु ग्रंथ साहब के उच्चारण की वो सारी विचार उदों बाद विच बनी। वो कारण शुरू में यही सी, सतगुरु जी ने बचन किया सी भी जदों जंगा युद्धां तो वेले होवांगे उदों फिर तुहानूं गुरबाणी के अर्थ पढ़ावांगे। सो इस तरह हम सतगुरु जी यही सावधानी कर रहे हैं कि जदों भी तुसी पाठ करना होवे अखरां दा लगा मात्रा दा पूरा ध्यान रखना है, चौकसाई रखनी। पूरब के समलेह बनाई, पूरब के समलेह बनाई। जिसने कोई बाणी विचों शब्द लिखना होवे वो शब्द पूरी सावधानी दे नाल पूरियां लगा मात्रा ध्यान विच रख के लिखे, पूरा हूबहू जरा भी फर्क ना होए। आप ते घाट ना बाद करे, आपदी मर्जी दे नाल कोई भी घट वध ना करे। जे करे होए मूर्ख सो पछताई, जे कोई करेगा मूर्ख होएगा उन्हों पछताउणा पवेगा। और बनाए न वो न लिखै विच, अते आपदे कोलों कोई गल बना के विच ना जोड़े। काव रचै सो रचो प्रसकाई, हाँ किसे नूं कोई कविता रचन का शौक है वो वखरी आपदी लिख लवे। 14 लोक ते होए भली, हुण इशारा कर देन भी कोई लिखेगा, किसी ने आपदी बाणी लिखनी है रोज इसे ग्रंथ साहिब विच ओहदे बाद दसदे जो कौन होएगा। गुरु अर्जन देव साहिब जी दसदे भी 14 लोकां तो वह बलवान होएगा। 14 लोकां दे विच ओहदे वर्गा बली कोई दूसरा नहीं होएगा। बल को जर जाए हृदय में जोई, इतनी बड़ी ताकत का मालक होंदिया होया वो अपनी सारी ताकत नूं अंदर ही जर जाएगा, अपनी ताकत नूं वरतेगा नहीं। सो उपकार के कारण को सिर, वो फिर परोपकार दे वास्ते अपना शीश दे देवेगा। होए समुख धीर तरोई, वो दुश्मन दे सामने होके बड़े हौसले दे नाल अपना शीश बलिदान कर देवेगा। इशारा है तिलक जन्नू राखा प्रभ ताका, किनो बड़ो कलू में साखा। इशारा उधर है गुरु अर्जन देव साहब जी महाराज, उन्हां दी बाणी लिखी जाएगी विच, वो जो बाणी उचारणगे वो इत्थे शामिल होएगी। पर ऐसे होणगे बली उन्हां दी बाणी लिखी जाएगी। अपनी बाणी चढ़ावै सो एक, वो एक अपनी बाणी नूं इस ते चढ़ाउणगे। होए इसो नह दूसर कोई, सो दूसरा कोई उन्हां वर्गा परोपकारी नहीं होएगा। सतगुरु जी ने भी दशमेश जी ने भी फरमाया है भी इहो जिहा कलयुग के अंदर साका इहो जी घटना नहीं हो सकती जो गुरु तेग बहादुर साहब महाराज ने कौतक किया।
ਰੋਹ ਵਿਚਾਰ। ਪੂਜੈ ਜੋ ਇਛ ਧਾਰ ਸੋ ਪੂਜੈ। ਸੋ ਜਿਹੜਾ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੇ, ਸਤਿਕਾਰ ਕਰੇ, ਸਰੇ ਲਹੈ ਜਮ ਪੀਰ ਨ ਹੋਈ। ਉਸ ਨੂੰ ਮੁਕਤੀ ਮਿਲ ਜਾਏਗੀ। ਜਮਾ ਦੇ ਵਸ, ਜਮਾ ਦੀ ਪੀੜਾ ਉਸ ਨੂੰ ਨਹੀਂ ਹੋਏਗੀ। ਵੇਦ ਪੁਰਾਨ ਮਹਾਨ ਮਹਾਤਮ। ਸੋ ਭਾਵੇਂ ਵੇਦ ਪੁਰਾਣਾ ਦਾ ਵੀ ਮਹਾਤਮ ਮੰਨਿਆ ਹੈ। ਜਾਹਿ ਬਖਾਨ ਕਰੈ ਸਮੁਦਾਏ। ਸੋ ਜਿਹੜੇ ਜਿਸ ਪਰਮਾਤਮਾ ਦਾ ਵੇਦ ਪੁਰਾਣ ਸਾਰੇ ਜਸ ਕਰਦੇ ਹਨ, ਅੰਤ ਨ ਪਾਵਤ ਸੇਸ ਨ ਸਾਰਦ। ਸੇਖ ਨਾਗ ਸ੍ਰਿਸ਼ਟੀ ਵੀ ਜਿਹਦਾ ਅੰਤ ਨਹੀਂ ਪਾਉਂਦੀ। ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਹੈ, ਕਾਗਦ ਦੀਪ ਸਭੈ ਕਰਕੇ ਅਰਸਾਤ ਸਮੁੰਦਰ ਕੀ ਮਸ ਕਹਿ ਹੋ। काट बनासपति सगरी लिख बेहू के लेखन काज बने हो। सार सुती बखता करके जुग कोट गणेश के हाथ लखे हो। काल कृपान बिना बिनती ना तो तुमको प्रभ नय कर जाए। जिन्नी भी ये धरती है गुरबाणी का फरमान भी का बसदा कागज जो करो हर जस लिखन ना जाए। ये सारी धरती कागज बना दी जावे। जितने समुद्र ने शाही बन जावे, जिन्नी बनास्पति ये कलमा बन जान। ते सब तो तेज लखारी जिहड़ा है देवतिया विच वो गणेश मन्निया गया है। एक गणेश ने करोड़ां ही गणेश लखारी लग जान ते सरस्वती जो बाणी दी दादी मनी गई है। इहो जिहा करोड़ां ही सरस्वतियां जस करने वालियां हो जान। पर हे अकाल पुरख वाहिगुरू तुहाडा निरंजन मात्र भी ये जस नहीं कर सकती। तुहाडी महिमा कहीं नहीं जा सकती। तुहाडे अगे बेनतियां करनियां ही बन आउंदियां हन। सुनो विचार ऐसी वडियाई है। अंत न पावत शेष न सारद। सो शेख नाग भी सृष्टि भी तुहाडा अंत नहीं पा सकती। नेत ही नेत अशेष बताए। ये सारे बेअंत कहते हैं। इहदा अंत यही है जो बेअंत कहना है। एहो अंत ना जाने कोई। यही अंत है जिहड़ा ये अंत को कोई जान ही नहीं सकता। होर इहदा अंत नहीं पाया जा सकता। ऐसा अकाल पुरख वाहिगुरु जो है, जो सर्वोत्तम जो सर्वाश्रे, जो सारिया तो उत्तम है ते सारिया दा आसरा है। ताहि के नाम इसी मह गाए। वो अकाल पुरख वाहिगुरु दे नाम ओदी वडियाई है गुरबाणी अंदर। नाम सुनामी को भेद नहीं एह। सो नाम दा ते नामी दा फर्क नहीं होता। जिवें किसी दा कोई नाम होवे उस नाम तो ही उसकी पछाण होती है। वो अपने नाम तो वखरा नहीं होता। जिवें मान लो किसी का नाम संत सिंह है, स्वर्ण सिंह है, कोई भी नाम मान लो, उस नाम तो उसकी पछाण है। वो अपने नाम तो वखरा नहीं हो सकता। इसी तरह ही परमात्मा का नाम वो नामी विच अभेद है। नाम ते नामी विच फर्क नहीं है। मूरत सी कर तार सुहाए। ये गुरबाणी जिहड़ी है ये अकाल पुरख वाहिगुरू दा शब्द अवतार स्वरूप शोभ रहा है। जेतक ग्रंथ अदायब राखह। सो जेड़ा जिन्ना ज्यादा ग्रंथ साहिब दा अदब रखेगा तेतक ही फल पावेगो। उन्ना ही उन्होंने फल मिलेगा। जिन्ना अदब करेगा उन्ना ही फल मिलेगा। कई महापुरुष ये दसते हैं कि कोई विघन होवे, कोई मुश्किल होवे, बड़े अदब दे नाल गुरु ग्रंथ साहिब नूं चौर दी सेवा करो। पर चौर करन दा भी तरीका कई है। फड़ के इस तरह पैरां नाल इदां, ये चौर करन दा तरीका नहीं। बड़े अदब दे नाल चौर करना होंदा है।
ਚੌਰ ਕਰਨ ਦਾ ਸਤਿਗੁਰੂ ਜੀ ਨੇ ਤਰੀਕਾ ਵੀ ਦੱਸਿਆ ਹੈ। ਭਾਈ ਸੰਤੋਖ ਸਿੰਘ ਨੇ ਅਲੰਕਾਰ ਬੰਨਿਆ ਹੈ, ਇਸ ਤਰ੍ਹਾਂ ਚੌਰ ਹੋਵੇ ਜਿਵੇਂ ਮੰਨ ਲਓ ਵੀ ਹੰਸ ਮੋਤੀ ਚੁਗਣ ਆਉਂਦਾ ਹੈ, ਉੱਤੋਂ ਡਾਰੀ ਮਾਰ ਕੇ ਆਉਂਦਾ ਹੈ ਮੋਤੀ ਚੁਗਣ, ਫਿਰ ਉਹ ਵਾਪਸ ਚਲਾ ਜਾਂਦਾ, ਮੋਤੀ ਚੁਗ ਨਹੀਂ ਸਕਦਾ। ਇਸ ਤਰ੍ਹਾਂ ਚੌਰ ਹੋਵੇ, ਫਿਰ ਉੱਪਰ ਬੜੇ ਅਦਬ ਦੇ ਨਾਲ। ਸੋ ਇਸ ਤਰ੍ਹਾਂ ਜਿਹੜਾ ਚੌਰ ਕਰੇਗਾ ਉਸ ਤੇ ਵੀ ਬਖਸ਼ਿਸ਼ ਹੋਏਗੀ। ਤੇ ਇਸ ਸਮੇਂ ਅੰਦਰ ਜੇ ਕੋਈ ਛੇਤੀ ਫਲ ਦੀ ਇੱਛਾ ਚਾਹੁੰਦਾ ਹੋਵੇ ਕਿ ਮੇਰਾ ਕੰਮ ਛੇਤੀ ਹੋ ਜਾਏ, ਛੇਤੀ ਮੈਨੂੰ ਫਲ ਮਿਲੇ, ਉਹਦੇ ਵਾਸਤੇ ਹੈ ਜਾਪ ਸਾਹਿਬ ਦੇ ਪਾਠ। ਘੱਟ ਤੋਂ ਘੱਟ 7 ਜਾਪ ਸਾਹਿਬ ਦੇ ਪਾਠ ਰੋਜ਼ਾਨਾ ਕਰੇ। ਗੁਰੂ ਗ੍ਰੰਥ ਸਾਹਿਬ ਨੂੰ ਚੌਰ ਦੀ ਸੇਵਾ ਕਰੇ ਤੇ ਬੜੀ ਛੇਤੀ ਉਹਦਾ ਕਾਰਜ ਫਤਿਹ ਹੋ ਜਾਏਗਾ। ਜੇ ਆਤਮਿਕ ਸ਼ਾਂਤੀ ਵੀ ਨਾਲ ਚਾਹੀਦੀ ਹੈ, ਫਿਰ 7 ਜਪਜੀ ਸਾਹਿਬ ਕਰੇ ਤੇ 7 ਜਾਪ ਸਾਹਿਬ ਕਰੇ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੇ, ਚੌਰ ਕਰੇ। ਬੜੀ ਛੇਤੀ ਕਾਰਜ ਰਾਸ ਹੁੰਦੇ ਹਨ, ਪਰ ਵਿਸ਼ਵਾਸ ਵੀ ਹੋਵੇ ਨਾਲ, ਭਰੋਸਾ ਵੀ ਹੋਵੇ, ਰੋਹ ਵਿਚਾਰ। ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰੇ। ਧੂਪ ਤੁਖਾਏ ਕਸਾਇਕ ਚੰਦਨ, ਸੋ ਖੁਸ਼ਬੂ ਆਦ ਧੂਪ ਦਿਖਾਉਣਾ ਕਰੇ, ਚੰਦਨ ਕੇਸਰ ਇਹ ਘਸਾ ਕਰਕੇ। ਚੰਦਨ ਕੇਸਰ ਕੋ ਅਰਚਾ ਬਹਿੰਗੋ, ਇਸ ਤਰ੍ਹਾਂ ਜਿੱਥੇ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਉਥੇ ਖੁਸ਼ਬੂਈਆਂ ਹੋਣ। ਭਾਵਨੇ ਧਾਰ ਕੇ ਚਾਹੇ ਉਮਾਹਤ, ਭਾਵਨਾ ਧਾਰ ਕੇ ਬੜੇ ਉਤਸ਼ਾਹ ਦੇ ਨਾਲ ਦਿਵਸ ਪ੍ਰਤੀ ਦਰਸਾ ਬਹਿੰਗੋ, ਜਿਹੜਾ ਰੋਜ਼ ਹੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ। ਪਾਠ ਕਰੈ ਕਿ ਸੁਨੈ ਮਨ ਏਕ ਹਵੈ, ਸੋ ਪਾਠ ਜਾਂ ਆਪ ਕਰੇ ਜਾਂ ਪਾਠ ਸੁਣੇ ਧਿਆਨ ਦੇ ਨਾਲ ਇਕਾਗਰ ਚੀਤ ਹੋ ਕੇ। ਹਵੈ ਹੀ ਉਪਦੇਸ਼ ਬਸਾਵਹਿਗੋ, ਫਿਰ ਗੁਰਬਾਣੀ ਦੇ ਉਪਦੇਸ਼ ਨੂੰ ਵਸਾਵੇ ਹਿਰਦੇ ਅੰਦਰ। ਜੋ ਗੁਰਬਾਣੀ ਕਹਿੰਦੀ ਹੈ ਉਸ ਨੂੰ ਹਿਰਦੇ ਅੰਦਰ ਵਸਾਉਣਾ ਕਰੇ। ਕਿਉਂ? ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ।